ਲਖਪਤ ਰਾਏ ਦੀ ਸਿੰਘਾਂ ਵਿਰੁੱਧ ਤਿਆਰੀ, ਕਾਹਨੂੰਵਾਨ ਦਾ ਘੇਰਾ ਅਤੇ ਕਾਹਨੂੰਵਾਨ ਦਾ ਜੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਦੋ ਕੀ ਗੁਸਾਈਆਂ ਦੀ ਲੜਾਈ ਤੇ ਏਮਨਾਬਾਦ ਦੀ ਲੁੱਟ ਪਿੱਛੋਂ ਬਹੁਤ ਸਾਰੇ ਸਿੰਘ ਨਵਾਬ ਕਪੂਰ ਸਿੰਘ ਨਾਲ ਰਾਵੀ ਪਾਰ ਕਰਕੇ ਜੰਗਲਾਂ ਵਿੱਚ ਅਲੋਪ ਹੋ ਗਏ ਤੇ ਕੁਝ ਟਾਕਰੂ ਸਿੰਘ ਰਾਵੀ ਦੀਆਂ ਝੱਲਾਂ ਵਿੱਚ ਹੀ ਡਟ ਗਏ ਸਨ। ਲਖਪਤ ਰਾਏ ਨੇ ਲਾਹੌਰ ਸਰਕਾਰ ਦੇ ਸਿੱਖ ਨੌਕਰਾਂ ਚਾਕਰਾਂ ਨੂੰ ਕਤਲ ਕਰਵਾ ਕੇ ਲਾਹੌਰ ਦੇ ਆਸ-ਪਾਸ ਜੋ ਵੀ ਮਿਲਿਆ ਸਭ ਨੂੰ ਤਲਵਾਰ ਦੇ ਘਾਟ ਉਤਾਰ ਦਿੱਤਾ। ਪਰ ਇੰਨੇ ਜ਼ੁਲਮ ਕਰਨ ਤੋਂ ਬਾਅਦ ਵੀ ਉਸ ਦਾ ਦਿਲ ਠੰਡਾ ਨਹੀਂ ਸੀ ਹੋਇਆ। ਉਸ ਨੇ ਸਿੰਘਾਂ ਵਿਰੁੱਧ ਭਾਰੀ ਮੁਹਿੰਮ ਲਈ ਫੌਜ ਦੀ ਤਿਆਰੀ ਆਰੰਭ ਦਿੱਤੀ। ਸਾਰੇ ਇਲਾਕੇ ਦਿਆਂ ਚੌਧਰੀਆਂ ਨੂੰ ਪਰਵਾਨੇ ਭੇਜੇ ਗਏ ਕਿ ਆਪਣੀਆਂ ਛੇੜਾਂ ਸਵਾਰ ਤੇ ਪੈਦਲ ਲੈ ਕੇ ਤੁਰੰਤ ਲਾਹੌਰ ਅੱਪੜ ਜਾਓ। ਮੁਲਤਾਨ, ਬਹਾਵਲਪੁਰ, ਕਸੂਰ, ਦੁਆਬੇ ਤੇ ਜੰਮੂ ਕਸ਼ਮੀਰ ਦੀਆਂ ਫੌਜਾਂ ਮੰਗਵਾ ਲਈਆਂ। ਇਸ ਦੇ ਨਾਲ ਨਵੀਂ ਫੌਜ ਵੀ ਭਰਤੀ ਕੀਤੀ ਗਈ। ਇੰਜ ਲੱਗਦਾ ਸੀ ਜਿਵੇਂ ਸਾਰਾ ਪੰਜਾਬ ਹੀ ਲਖਪਤ ਨੇ ਲਾਹੌਰ ਇਕੱਠਾ ਕਰ ਲਿਆ ਹੋਵੇ। ਇਸ ਸਮੇਂ ਹਕੂਮਤੀ ਸੂਹਿਆਂ ਆਣ ਕੇ ਖਬਰ ਦਿੱਤੀ ਕਿ ਬਹੁਤ ਸਾਰੇ ਸਿੰਘ ਕਾਹਨੂੰਵਾਨ ਦੀ ਛਾਂਭ ਵਿੱਚ ਜਮ੍ਹਾਂ ਹਨ। ਜਥੇਦਾਰਾਂ ਵਿੱਚ ਪ੍ਰਸਿੱਧ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ ਸ਼ੁਕਰਚਕੀਆ, ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ, ਬਾਬਾ ਦੀਪ ਸਿੰਘ ਸ਼ਹੀਦ, ਸਰਦਾਰ ਤਾਰਾ ਸਿੰਘ ਗੈਬਾ, ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਤੇ ਸਰਦਾਰ ਹਰੀ ਸਿੰਘ ਭੰਗੀ ਆਦਿ ਨਾਲ ਸਨ। ਲਖਪਤ ਨੇ ਖਬਰ ਮਿਲਦਿਆਂ ਹੀ ਤਿਆਰ ਬੈਠੀ ਫੌਜ, ਚੌਧਰੀਆਂ ਤੇ ਨੰਬਰਦਾਰਾਂ ਦੀਆਂ ਛੇੜਾਂ, ਤੋਪਾਂ, ਜੰਬੂਰੇ ਤੇ ਰਹਿਕਲਿਆਂ ਨਾਲ ਸਿੰਘਾਂ ਉੱਤੇ ਚੜ੍ਹਾਈ ਕਰ ਦਿੱਤੀ। ਇਹ ਲੱਖਾਂ ਦੀ ਗਿਣਤੀ ਵਿੱਚ ਲਾਮ ਲਸ਼ਕਰ ਮਾਰੋ ਮਾਰ ਕਰਦਾ ਹੋਇਆ ਲਾਹੌਰ ਤੋਂ ਭੀਲੋਵਾਲ, ਪੰਜ ਗਰਾਈਆਂ, ਨਿੱਜਰਾਂ, ਚਮਿਆਰੀ, ਕਲਾਨੌਰ ਤੇ ਬਟਾਲੇ ਥਾਣੀ ਹੁੰਦਾ ਹੋਇਆ ਕਾਹਨੂੰਵਾਨ ਦੀ ਹੱਦ ਵਿੱਚ ਆਣ ਪੁੱਜਾ ਤੇ ਛੰਭ ਨੂੰ ਘੇਰੇ ਵਿੱਚ ਲੈ ਲਿਆ। ਇਹ ਛੰਭ ਉਨੀ ਦਿਨੀ 60 ਕੁ ਵਰਗ ਕਿਲੋਮੀਟਰ ਦੇ ਘੇਰੇ ਵਿੱਚ ਸੀ। ਅੱਜ ਕੱਲ ਇਹ ਰਕਬਾ ਖੇਤੀ ਹੇਠ ਹੈ। ਉਸ ਸਮੇਂ ਵਾਲਾ ਕੋਈ ਨਿਸ਼ਾਨ ਨਜ਼ਰ ਨਹੀਂ ਆਉਂਦਾ। ਇੱਥੇ ਸੰਘਣੇ ਰੁੱਖ, ਝਾੜੀਆਂ, ਸਰਕੰਡਾ, ਦੱਬ, ਦਲਦਲ ਤੇ ਪਾਣੀ ਦੀਆਂ ਕਈ ਢੰਨਾਂ ਸਨ। ਇਹ ਜੰਗਲੀ ਜਾਨਵਰਾਂ ਦਾ ਘਰ ਸੀ। ਕਾਹਨੂੰਵਾਨ ਦਾ ਘੇਰਾ। ਲਖਪਤ ਰਾਏ ਦਾ ਟਿੱਡੀ ਦਲ ਬਟਾਲੇ ਤੋਂ 15 ਕਿਲੋਮੀਟਰ ਅੱਗੇ ਹੋ ਕੇ ਕਾਹਨੂੰਵਾਨ ਦੀ ਜੂਹ ਵਿੱਚ ਖਿਲਰਿਆ ਹੋਇਆ ਸੀ। ਸਿੰਘ ਸੰਘਣੀ ਝਾਲ ਤੇ ਜੰਗਲ ਦੀਆਂ ਛੋਟੀਆਂ-ਛੋਟੀਆਂ ਟੁਕੜੀਆਂ ਦੀਆਂ ਠੋਈਆਂ ਛੱਡ ਕੇ ਪਛਾਂ ਹਟ ਰਹੇ ਸਨ। ਦੁਸ਼ਮਣ ਸੈਨਾ ਅਗਾਂਹ ਵਧ ਰਹੀ ਸੀ ਤੇ ਸਿੰਘਾਂ ਨੂੰ ਪੈਂਤੜੇ ਤੋਂ ਉਖੇੜਨ ਲਈ ਉਹਨਾਂ ਤੇ ਦਬਾਅ ਪਾਉਂਦੀ ਹੋਈ ਪਛਾਂ ਧੱਕੀ ਆ ਰਹੀ ਸੀ। ਕਾਹਨੂੰਵਾਨ ਦੀ ਛੰਭ ਦਾ ਆਸਰਾ ਲੈ ਕੇ ਸਿੰਘ ਇਸ ਵਿੱਚ ਡਟ ਗਏ। ਫੌਜਾਂ ਨੇ ਘੇਰਾ ਕੱਸ ਕੇ ਸਿੰਘਾਂ ਨੂੰ ਬਾਹਰ ਨਿਕਲਣੋਂ ਰੋਕ ਦਿੱਤਾ। ਫਿਰ ਉਹ ਤੋਪਾਂ, ਰਹਿਕਲੇ ਤੇ ਜੰਬੂਰੇ ਅੱਗੇ ਕਰਕੇ ਸਿੰਘਾਂ ਉੱਤੇ ਝਾੜਾਂ ਝਾੜਨ ਲੱਗ ਪਏ। ਸਿੰਘ ਇਹਨਾਂ ਡਾਢੇ ਸੰਘਣੇ ਤੇ ਕੰਡਿਆਲੇ ਜੰਗਲਾਂ ਦੇ ਭੇਤੀ ਸਨ, ਸੋ ਬੜੀ ਆਸਾਨੀ ਨਾਲ ਮਿਰਗਾਂ ਵਾਂਗ ਚੁੰਗੀਆਂ ਮਾਰਦੇ ਹੋਏ ਵਿੱਚ ਫਿਰੀ ਜਾਂਦੇ। ਸਰਕਾਰੀ ਫੌਜ ਡਰਦੀ ਅੰਦਰ ਨਾ ਵੜਦੀ, ਬਾਰ-ਬਾਰ ਹੀ ਦਮਗਜ਼ੇ ਮਾਰਦੀ। ਮੁਲਖਈਆ ਤੇ ਛੇੜਾਂ ਤਾਂ ਜੰਗਲ ਦੇ ਕੰਢੇ ਤੱਕ ਵੀ ਨਾ ਆਉਂਦੇ। ਦੂਰੋਂ ਫੋਕੇ ਹੀ ਅੱਲਾਹੂ ਅਕਬਰ ਤੇ ਜਾ ਅਲੀ ਦੇ ਨਾਅਰੇ ਮਾਰੀ ਜਾਂਦੇ। ਛੋਟੀਆਂ ਮੋਟੀਆਂ ਝੜਪਾਂ ਹੁੰਦੀਆਂ। ਕਈ ਵਾਰ ਮੌਕਾ ਪਾ ਕੇ ਰਾਤ ਵੇਲੇ ਸਿੰਘ ਆਪਣੇ ਘੁਰਨਿਆਂ ਵਿੱਚੋਂ ਨਿਕਲ ਕੇ ਫੌਜ ਉੱਤੇ ਆ ਪੈਂਦੇ। ਰਸਤ ਪਾਣੀ ਤੇ ਜੋ ਹੋਰ ਸਾਜੋ ਸਮਾਨ ਹੱਥ ਲੱਗਦਾ ਲੁੱਟ ਖੋਹ ਕੇ ਫਿਰ ਝੱਲ ਵਿੱਚ ਜਾ ਵੜਦੇ। ਇਸ ਤਰ੍ਹਾਂ ਫੌਜ ਵਿੱਚ ਤੜਥੱਲੀ ਮੱਚ ਜਾਂਦੀ। ਕਈ ਵਾਰ ਗਹਿ ਗੱਜ ਝੜਪਾਂ ਵੀ ਹੁੰਦੀਆਂ, ਪਰ ਬਹੁਤਿਆਂ ਅੱਗੇ ਥੋੜਿਆਂ ਦੀ ਪੇਸ਼ ਨਾ ਜਾਂਦੀ। ਦੁਸ਼ਮਣ ਪਾਏ ਘੇਰੇ ਨੂੰ ਤੰਗ ਕਰੀ ਜਾ ਰਿਹਾ ਸੀ। ਇਸ ਵੇਲੇ ਸਿੰਘ ਬੁਰੇ ਕੁਥਾਂ ਫਸੇ ਹੋਏ ਸਨ। ਦਾਣੇ ਖਾਣੇ ਦਾ ਸਮਾਨ ਮੁੱਕ ਚੁੱਕਾ ਸੀ। ਬਾਹਰੋਂ ਕਿੱਥੋਂ ਆਉਣਾ ਸੀ? ਨਾ ਕਿਸੇ ਪਾਸਿਓਂ ਖਾਣ ਨੂੰ ਮਿਲਣ ਦੀ ਆਸ ਸੀ ਤੇ ਨਾ ਕਿਤਿਓਂ ਦਾਰੂ ਸਿੱਕਾ ਹੀ ਪਹੁੰਚ ਜਾਣ ਦੀ ਉਮੀਦ ਸੀ। ਦੂਜੇ ਪਾਸੇ ਲੱਖੂ ਪਾਸ ਫੌਜਾਂ, ਤੋਪਾਂ, ਬੰਦੂਕਾਂ, ਘੋੜ, ਰਸਾਲੇ ਤੇ ਲੱਖਾਂ ਦੀ ਗਿਣਤੀ ਵਿੱਚ ਨਾਲ ਛੇੜਾਂ ਸਨ। ਉਹਨਾਂ ਨੂੰ ਲਾਹੌਰੋਂ ਗੋਲਾ ਬਰੂਦ ਤੇ ਰਸਤ ਪੱਠਾ ਧੜਾ ਧੜ ਪੁੱਜ ਰਿਹਾ ਸੀ। ਸਿੰਘਾਂ ਅਤੇ ਦੁਸ਼ਮਣ ਦਾ ਲੂਣ ਵਿੱਚ ਆਟੇ ਦਾ ਵੀ ਮੁਕਾਬਲਾ ਨਹੀਂ ਸੀ।
ਪਰ ਫਿਰ ਵੀ ਸਿੰਘ ਅਕਾਲ ਪੁਰਖ ਦਾ ਆਸਰਾ ਲੈ ਕੇ ਦੁਸ਼ਮਣ ਨਾਲ ਲੋਹਾ ਲਈ ਜਾ ਰਹੇ ਸਨ। ਸਿੰਘਾਂ ਨੇ ਜੰਗਲੀ ਜਾਨਵਰਾਂ ਦੇ ਸ਼ਿਕਾਰ ਤੇ ਗੁਜ਼ਾਰਾ ਕੀਤਾ, ਪਰ ਜਦ ਇਹ ਵੀ ਖਤਮ ਹੋ ਗਿਆ ਤਾਂ ਸਿੰਘ ਘਾਹ ਤੇ ਮੂਲ ਕੰਦ ਪੱਠੇ ਖਾ ਖਾ ਕੇ ਵਕਤ ਕੱਟੀ ਕਰਨ ਲੱਗੇ। ਪਰ ਜੋ ਕੱਚੇ ਪਿੱਲੇ ਸਿੰਘਾਂ ਦੀ ਚੜ੍ਹਤ ਵੇਖ ਕੇ ਤੇ ਸਰਕਾਰੀ ਆਮਲਾਂ ਤੇ ਐਦੀਆਂ ਦੀ ਮਾਲਗੁਜ਼ਾਰੀ ਦੀ ਵਸੂਲੀ ਵੇਲੇ ਤੇ ਅੱਧੀ ਤੇ ਬੇਪਤੀ ਹੱਥੋਂ ਡਰਦੇ ਸਿੰਘਾਂ ਵਾਂਗ ਸਰਕਾਰੀ ਜ਼ਖੀਰਿਆਂ ਵਿੱਚੋਂ ਖੋਹ ਖਿੱਚ ਕੇ ਖਾਣ ਦੇ ਚਾਅ ਨਾਲ ਉਹਨਾਂ ਨਾਲ ਆ ਰਲੇ ਸਨ ਤੇ ਕਦੀ ਇਹੋ ਜਿਹਾ ਡਾਢਾ ਵਕਤ ਨਹੀਂ ਸੀ ਵੇਖਿਆ। ਇਸ ਮੁਸੀਬਤ ਦਾ ਟਾਕਰਾ ਨਾ ਕਰ ਸਕੇ ਤੇ ਹੀਆ ਹਾਰ ਕੇ ਭੱਜ ਨਿਕਲੇ। ਲਖਪਤ ਰਾਏ ਨੇ ਪੱਲਾ ਫੇਰ ਦਿੱਤਾ ਕਿ ਜੋ ਸਿੰਘਾਂ ਦਾ ਸਾਥ ਛੱਡ ਕੇ ਸਾਡੇ ਪਾਸ ਆ ਕੇ ਹਥਿਆਰ ਰੱਖ ਦੇਵੇਗਾ, ਕੇਸ ਘਟਾ ਕੇ ਮੁੜ ਹਿੰਦੂ ਬਣ ਜਾਵੇਗਾ, ਮੁਆਫ ਕਰ ਦਿੱਤਾ ਜਾਵੇਗਾ। ਸੋ ਇਸ ਕਠਨ ਘੜੀ ਵਿੱਚ ਭੇਖਧਾਰੀ ਲੋਟੂ ਟੋਲਾ, ਜਿਨ੍ਹਾਂ ਦਾ ਧਰਮ ਤੇ ਅਣਖ ਨਾਲ ਕੋਈ ਸੰਬੰਧ ਨਹੀਂ ਸੀ, ਸਿੰਘਾਂ ਦਾ ਸਾਥ ਛੱਡ ਬਾਣਾ ਬਦਲ ਕੇ ਪੱਤਰਾ ਵਾਚ ਗਏ ਤੇ ਮਾਵਾਂ ਪਾਸ ਜਾ ਬੈਠੇ। ਮੁਸੀਬਤ ਦੀ ਕੋਠਾਲੀ ਵਿੱਚ ਪੈ ਕੇ ਖੋਟ ਝੜ ਗਿਆ ਤੇ ਕੁੰਦਨ ਇੱਕ ਪਾਸੇ ਹੋ ਗਿਆ। ਸੋ ਪਿੱਛੇ ਸਿਰਫ ਉਹੀ ਰਹਿ ਗਏ ਸਨ ਜੋ ਸੁੱਚੇ ਫੌਲਾਦ ਵਰਗੇ ਸੱਚੇ ਸੁੱਚੇ ਸਿੰਘ ਸਨ ਤੇ ਆਪਣੀ ਅਣਖ ਲਈ ਮਰ ਮਿਟਣਾ ਇੱਕ ਖੇਡ ਸਮਝਦੇ ਸਨ। ਝੱਲਾਂ ਨੂੰ ਅੱਗ। ਜਦੋਂ ਲਖਪਤ ਨੇ ਵੇਖਿਆ ਕਿ ਫੌਜ ਰਸਤਿਆਂ ਤੋਂ ਬਿਨਾਂ ਜੰਗਲ ਵਿੱਚ ਨਹੀਂ ਵੜ ਸਕਦੀ, ਸੋ ਉਸਨੇ 1000 ਬੇਲਦਾਰ ਮੰਗਵਾ ਕੇ ਰਸਤੇ ਬਣਵਾਉਣੇ ਆਰੰਭ ਕਰ ਦਿੱਤੇ। ਪਰ ਜਦ ਇਹ ਬੇਲਦਾਰ ਸਿੰਘਾਂ ਦੇ ਤੀਰਾਂ ਤੇ ਗੋਲੀਆਂ ਦਾ ਨਿਸ਼ਾਨਾ ਬਣਨ ਲੱਗੇ ਤਾਂ ਇਸ ਪਾਸੇ ਕੰਮ ਲਈ ਕੋਈ ਮੂੰਹ ਨਾ ਕਰੇ। ਉਸ ਨੇ ਖਿੱਚ ਕੇ ਝੱਲਾਂ ਨੂੰ ਅੱਗ ਲਗਵਾ ਕੇ ਸਾੜਨਾ ਸ਼ੁਰੂ ਕਰ ਦਿੱਤਾ ਅਤੇ ਪਾਸਿਆਂ ਤੋਂ ਤੋਪਾਂ ਮਾਰ-ਮਾਰ ਕੇ ਸਿੰਘਾਂ ਨੂੰ ਅੰਦਰੇ ਹੀ ਭੁੰਨਣਾ ਆਰੰਭ ਦਿੱਤਾ। ਜੋ ਸ਼ਹੀਦ ਹੋ ਗਏ ਮੁਕਤ ਹੋ ਗਏ, ਪਰ ਫੱਟੜਾਂ ਦਾ ਤਾਂ ਬੁਰਾ ਹਾਲ ਸੀ। ਮਲਮ ਨਾ ਪੱਟੀ, ਨਾ ਕੋਈ ਫੱਟ ਬੰਨ, ਨਾ ਡਿੱਗਿਆਂ ਦੀ ਸੇਵਾ ਸੰਭਾਲ ਦਾ ਕੋਈ ਪ੍ਰਬੰਧ। ਉੱਤੋਂ ਛੰਭ ਦਾ ਮੱਛਰ ਤੇ ਜੋਕਾਂ, ਖਾਣ ਪੀਣ ਨੂੰ ਵੀ ਕੁਝ ਨਾ ਲੱਭੇ। ਪਰ ਸਿੰਘਾਂ ਮੌਤ ਦੇ ਮੂੰਹ ਵਿੱਚ ਆ ਕੇ ਵੀ ਆਪਣੀ ਆਨ ਸ਼ਾਨ ਨੂੰ ਦਾਗ ਨਹੀਂ ਲੱਗਣ ਦਿੱਤਾ, ਆਪਣਾ ਹੱਠ ਨਹੀਂ ਛੱਡਿਆ ਤੇ ਦੁਸ਼ਮਣ ਨਾਲ ਮੱਥਾ ਡਾਹੀ ਰੱਖਿਆ। ਸਰਕਾਰੀ ਢੰਡੋਰਚੀ ਬਾਹਰੋਂ ਉੱਚੀ ਉੱਚੀ ਆਵਾਜ਼ੇ ਦੇ ਕੇ ਕੂਕਣ ਕਿ ਬਾਹਰ ਆ ਕੇ ਹਥਿਆਰ ਸੁੱਟ ਕੇ ਅਧੀਨਗੀ ਮੰਨ ਲਓ, ਮੁਆਫ ਕਰ ਦਿੱਤੇ ਜਾਓਗੇ। ਇਸੇ ਮਤਲਬ ਦੀਆਂ ਚਿੱਠੀਆਂ ਤੀਰਾਂ ਨਾਲ ਬੰਨ ਕੇ ਅੰਦਰ ਸੁੱਟੀਆਂ ਕਿ ਅਧੀਨਗੀ ਪ੍ਰਵਾਨ ਕਰਕੇ ਜਾਨਾਂ ਬਚਾ ਲਓ। ਜੋ ਸਿਰਾਂ ਧੜਾਂ ਦੀਆਂ ਲਾਈ ਬੈਠੇ ਹੋਣ, ਉਹਨਾਂ ਨੂੰ ਜ਼ਿੰਦਗੀ ਤੇ ਉਸ ਦੇ ਸੁੱਖ ਸਵਾਦਾਂ ਦਾ ਲਾਲਚ ਦੇਣਾ ਤਾਂ ਇੰਜ ਹੈ ਜਿਵੇਂ ਕੋਈ ਸ਼ੇਰ ਦੇ ਰਹਿਣ ਵਾਲੇ ਸੰਘਣੇ ਜੰਗਲ ਲਾਗੇ ਜਾ ਕੇ ਆਖੇ ਕਿ ਜੰਗਲ ਦੇ ਬਾਦਸ਼ਾਹ ਜੰਗਲੋਂ ਬਾਹਰ ਆ ਕੇ ਇਸ ਪਿੰਜਰੇ ਵਿੱਚ ਵੜ ਜਾ, ਬੈਠੇ ਨੂੰ ਸਭ ਕੁਝ ਮਿਲੇਗਾ, ਸੁੱਖ ਭੋਗੇਗਾ। ਸ਼ੇਰ ਨੂੰ ਧੋਖੇ ਨਾਲ ਫੜ ਕੇ ਤਾਂ ਬੇਸ਼ੱਕ 100 ਵਾਰ ਕਿਸੇ ਨੇ ਪਿੰਜਰੇ ਵਿੱਚ ਪਾ ਲਿਆ ਤਾਂ ਪਾ ਲਿਆ, ਪਰ ਆਪਣੀ ਅਣਖ ਮਰਜ਼ੀ ਨਾਲ, ਆਪਣੀ ਆਣ ਅਣਖ ਆਜ਼ਾਦੀ ਤੱਜ ਕੇ ਉਹ ਪਿੰਜਰੇ ਵਿੱਚ ਆ ਵੜਿਆ ਹੋਵੇ। ਅੱਜ ਤੱਕ ਨਾ ਸੁਣਿਆ ਹੈ ਤੇ ਨਾ ਹੀ ਰਹਿੰਦੀ ਦੁਨੀਆ ਤੱਕ ਕੋਈ ਸੁਣੇਗਾ। ਇਹ ਸ਼ੇਰ ਦੀ ਫਿਤਰਤ ਤੋਂ ਪਰੇ ਹੈ। ਅੱਗ ਵਿੱਚ ਠੰਡ ਨਹੀਂ ਹੁੰਦੀ, ਜਦ ਤੱਕ ਬਲਦੀ ਹੈ ਕੋਈ ਲਾਗੇ ਨਹੀਂ ਜਾ ਸਕਦਾ। ਠੰਡੀ ਹੋਈ ਤੋਂ ਬੇਸ਼ੱਕ ਉਸ ਤੇ ਕੁੱਤੇ ਲੇਟਦੇ ਫਿਰਨ, ਪਰ ਬਲਦੀ ਅੱਗ ਆਪਣਾ ਖਾਸਾ ਨਹੀਂ ਛੱਡਦੀ। ਇਹੋ ਹਾਲ ਸਿੰਘਾਂ ਦਾ ਸੀ। ਢਡੋਰਚੀ ਡਗਾ ਲਾ ਕੇ ਹਥਿਆਰ ਸੁੱਟਣ ਲਈ ਕੂਕਾਂ ਮਾਰਦੇ, ਪਰ ਸਿੰਘ ਅੱਗੋਂ ਰੋਹ ਨਾਲ ਜੈਕਾਰੇ ਛੱਡਦੇ। ਇੰਜ ਕੁਝ ਦਿਨ ਲੰਘੇ, ਨਾ ਤਾਂ ਸਿੰਘ ਹੀ ਦੁਸ਼ਮਣ ਦਾ ਕੁਝ ਵਿਗਾੜ ਸਕੇ ਤੇ ਨਾ ਹੀ ਵੈਰੀ ਉਹਨਾਂ ਤੇ ਵਿਜੇ ਪਾ ਸਕਿਆ। ਉਂਝ ਸਿੰਘਾਂ ਦੀ ਦਸ਼ਾ ਬਹੁਤ ਪਤਲੀ ਸੀ ਅਤੇ ਅਤੀ ਮੁਸੀਬਤ ਵਿੱਚ ਸਨ। ਲਾਹੌਰੀ ਫੌਜ ਤੇ ਮੁਖਲਈ ਨੂੰ ਕੋਈ ਔਖਿਆਈ ਨਹੀਂ ਸੀ। ਉਹਨਾਂ ਨੂੰ ਸਭ ਕੁਝ ਲੀੜਾ ਕੱਪੜਾ, ਖਾਣਾ ਦਾਣਾ, ਗੋਲਾ ਬਰੂਦ ਮਿਲੀ ਜਾਂਦਾ ਸੀ ਤੇ ਜ਼ਖਮੀਆਂ ਬਿਮਾਰਾਂ ਲਈ ਪੂਰਾ ਪ੍ਰਬੰਧ ਸੀ। ਲਖਪਤ ਵੱਲੋਂ ਜੰਗਲਾਂ ਨੂੰ ਲਾਈ ਅੱਗ ਨੇ ਸਿੰਘਾਂ ਨੂੰ ਤਤਕਾਲ ਕੁਝ ਕਰਨ ਲਈ ਸੋਚ ਵਿੱਚ ਪਾ ਦਿੱਤਾ। ਹੁਣ ਜਥੇਦਾਰਾਂ ਤੇ ਸਿਆਣੇ ਸਿੰਘਾਂ ਨੇ ਵਿਚਾਰਿਆ ਕਿ ਇਸ ਅਸਾਮੀ ਲੜਾਈ ਵਿੱਚ ਇੱਥੇ ਟਿਕਣਾ ਸੜ ਭੁੱਜ ਮਰਨਾ ਭਾਵ ਆਤਮਘਾਤ ਕਰਨਾ ਹੈ। ਲੜਾਈ ਦੇ 2.5 ਫੱਟ ਹੁੰਦੇ ਹਨ। ਇੱਕ ਈਨ ਮੰਨ ਕੇ ਮਿਲ ਪੈਣਾ, ਦੂਜਾ ਵੇਲਾ ਵੇਖ ਕੇ ਮੁੜ ਟਾਕਰਾ ਕਰਨ ਦੀ ਆਸ ਨਾਲ ਹਰਨ ਹੋ ਜਾਣਾ ਤੇ ਵੈਰੀ ਦੀ ਮਾਰ ਤੋਂ ਦੂਰ ਨਿਕਲ ਜਾਣਾ, ਤੇ ਅੱਧਾ ਫੱਟ ਹੁੰਦਾ ਹੈ ਵੈਰੀ ਦੇ ਗਲ ਪੈ ਕੇ ਲੜਦਿਆਂ ਆਪਾ ਵਾਰ ਜਾਣਾ।
ਪਹਿਲੇ ਦਾ ਤਾਂ ਨਾਂ ਹੀ ਨਾ ਲਵੋ। ਖਾਲਸੇ ਲਈ ਇਸ ਪਾਸੇ ਸੋਚਣਾ ਹੀ ਪਾਪ ਹੈ। ਖਾਲਸਾ ਸਿਰਫ ਗੁਰੂ ਤੋਂ ਬਿਨਾਂ ਕਦੇ ਕਿਸੇ ਦੀ ਈਨ ਨਹੀਂ ਮੰਨਦਾ। ਇਸ ਵੇਲੇ ਪਿਛਲਾ 1.5 ਹੱਥ ਹੀ ਅਸੀਂ ਕਰ ਸਕਦੇ ਹਾਂ। ਵੈਰੀ ਪਾਸ ਤੋਪਾਂ, ਬੰਦੂਕਾਂ ਤੇ ਰਸਾਲਾ ਹੈ, ਹਰ ਸਹੂਲਤ ਹੈ। ਸਾਡੇ ਪਾਸ ਤੋਪਾਂ ਬੰਦੂਕਾਂ ਦੀ ਗੱਲ ਤਾਂ ਇੱਕ ਪਾਸੇ ਰਹੀ, ਤਲਵਾਰਾਂ ਨੇਜ਼ੇ ਵੀ ਪੂਰੇ ਨੇ। ਸਾਡਾ ਬਹੁਤਾ ਹਿੱਸਾ ਪੈਦਲ ਹੈ। ਪੈਦਲ ਸਿੰਘਾਂ ਨੂੰ ਨਾਲ ਲੈ ਕੇ ਨਿਕਲਣ ਲਈ ਘੋੜਿਆਂ ਦੀ ਲੋੜ ਹੈ ਤੇ ਉਹ ਵੈਰੀ ਪਾਸ ਹਨ ਤੇ ਆਪਾਂ ਉਸ ਤੋਂ ਖੋਹ ਕੇ ਪ੍ਰਾਪਤ ਕਰਨੇ ਹਨ। ਵਿਉਂਤ ਬਣਾ ਕੇ ਵੈਰੀ ਨੂੰ ਪੁਚਲਾਇਆ ਜਾਵੇ। ਸੋ ਇੱਕ ਘੜੀ ਗਈ। ਗੁਰੀਲਾ ਚਾਲ ਦੇ ਅਧੀਨ ਇੱਕ ਦਿਨ ਲੌਡੇ ਕੋ ਵੇਲੇ ਸਿੰਘ ਝੱਲੋਂ ਨਿਕਲ ਕੇ ਇੱਕ ਪਾਸੇ ਨੂੰ ਭੱਜ ਨਿਕਲੇ। ਮਨ ਚੱਲੇ ਘੋੜ ਸਵਾਰਾਂ ਦਾ ਇੱਕ ਜਥਾ ਜੰਗਲ ਦੇ ਅੰਦਰਵਾਰ ਕੰਢੇ ਲਾਗੇ ਹੋ ਕੇ ਓਟ ਵਿੱਚ ਖੜਾ ਰਿਹਾ। ਭੱਜਦਿਆਂ ਸਿੰਘਾਂ ਦੇ ਮਗਰ ਪੈਣ ਵਾਲੀ ਫੌਜ ਦੇ ਸੱਜੇ ਹਿੱਸੇ ਤੇ ਜਾ ਪਿਆ ਤੇ ਉੱਚੀ ਉੱਚੀ ਜੈਕਾਰੇ ਗਜਾ ਕੇ ਵਾੜ ਸ਼ੁਰੂ ਕਰਕੇ ਫੌਜ ਨੂੰ ਉਲਝਾ ਲਿਆ। ਦੁਵੱਲਿਓਂ ਕਾਫੀ ਨੁਕਸਾਨ ਹੋਇਆ, ਪਰ ਲਾਹੌਰੀ ਫੌਜ ਭੱਜ ਨਿਕਲਿਆਂ ਦੇ ਪਿੱਛੇ ਨਾ ਪੈ ਸਕੀ, ਇੱਥੇ ਹੀ ਉਲਝ ਕੇ ਰਹਿ ਗਈ। ਇਸ ਜਥੇ ਨੇ ਆਪ ਪੁਰਜਾ ਹੋ ਕੇ ਵਿਉਂਤ ਸਫਲ ਕਰਾ ਦਿੱਤੀ। ਲਖਪਤ ਨੇ ਸਮਝ ਲਿਆ ਕਿ ਅੱਜ ਦਾ ਮੋਰਚਾ ਮਾਰ ਲਿਆ ਹੈ। ਹਨੇਰਾ ਹੋ ਚੁੱਕਾ ਸੀ, ਸੋ ਸਿੰਘਾਂ ਦੇ ਮਗਰ ਲੱਗਣ ਦਾ ਕੰਮ ਕੱਲ ਸਵੇਰ ਤੇ ਪੈ ਗਿਆ। ਫੌਜ ਆਪਣੀ ਜਿੱਤ ਦੀ ਖੁਸ਼ੀ ਵਿੱਚ ਅਵੇਸਲੀ ਹੋ ਗਈ, ਪਰ ਪੈਰ ਕੋ ਰਾਤ ਗਈ ਨਾਲ ਸਿੰਘਾਂ ਫਿਰ ਆਣ ਦਰਸ਼ਨ ਦਿੱਤੇ ਤੇ ਛਾਪਾ ਮਾਰ ਕੇ ਉਗਲਾਂਦੇ ਦੁਸ਼ਮਣ ਨੂੰ ਉੱਠਣ ਤੋਂ ਪਹਿਲਾਂ ਹੀ ਦਬੋਚ ਕੇ ਕਈਆਂ ਦੇ ਆਹੂ ਲਾਹ ਸੁੱਟੇ। ਮੁਗਲਾਂ ਦੇ ਬਹੁਤ ਸਾਰੇ ਘੋੜੇ ਖੋਹ ਲਏ ਤੇ ਮੱਚੀ ਭਗਦੜ ਵਿੱਚ ਜੋ ਸਮਾਨ ਹੱਥ ਆਇਆ ਲੈ ਕੇ ਜਿੱਧਰੋਂ ਆਏ ਸੀ ਉਧਰ ਹੀ ਚਲੇ ਗਏ। ਸੜਿਆਂ ਜੰਗਲਾਂ ਦੇ ਝੱਲਾਂ ਵਿੱਚ ਸਿੰਘਾਂ ਵਾਸਤੇ ਲੁਕਣਾ ਤਾਂ ਇੱਕ ਪਾਸੇ, ਖੜੇ ਹੋਣ ਨੂੰ ਵੀ ਕਿਧਰੇ ਥਾਂ ਨਹੀਂ ਸੀ। ਕ੍ਰੋਧ ਨਾਲ ਕੋਲਾ ਹੋਇਆ ਲਖਪਤ ਹੁਣ ਆਪਣਾ ਤਾਣ ਅੱਗੇ ਨਾਲੋਂ ਵੀ ਬਹੁਤਾ ਲਾਵੇਗਾ। ਇਹ ਵਿਚਾਰਦਿਆਂ ਹੋਇਆਂ ਫੈਸਲਾ ਹੋਇਆ ਕਿ ਰਾਵੀ ਪਾਰ ਕਰਕੇ ਝੱਲੋ ਝੱਲੀ ਪਹਾੜਾਂ ਨੂੰ ਨਿਕਲ ਜਾਈਏ, ਸ਼ਾਇਦ ਇਹ ਬੜਾ ਇੰਜ ਮਗਰੋਂ ਲੈ ਜਾਵੇ। ਖਾਲਸਾ ਰਾਵੀ ਤੋਂ ਪਾਰ ਹੋ ਕੇ ਪੜਵੋਲ ਕਠੂਏ ਵੱਲ, ਖਾਲਸਾ ਦਲ ਹੁਣ ਰਾਵੀ ਵੱਲ ਨੂੰ ਉਲਰ ਪਿਆ। ਇੱਕ ਥਾਂ ਗਾਣ ਵੇਖ ਕੇ ਸਾਰੇ ਪਾਰ ਸੱਜੇ ਕੰਢੇ ਤੇ ਹੋ ਗਏ। ਦੂਜੇ ਪਾਸੇ ਲਖਪਤ ਰਾਏ ਕਿਹੜਾ ਘੱਟ ਸੀ, ਝੱਟ ਮਗਰ ਲੰਘ ਤੁਰਿਆ। ਉਹ ਵੀ ਕੁਝ ਹੀ ਦਿਨਾਂ ਵਿੱਚ ਸਾਰਾ ਲਾਮ ਲਸ਼ਕਰ ਲੈ ਕੇ ਰਾਵੀ ਪਾਰ ਹੋ ਕੇ ਸਿੰਘਾਂ ਦਾ ਖੁਰਾ ਨੱਪਦਾ ਹੋਇਆ ਆਣ ਪਹੁੰਚਾ ਤੇ ਝੱਲਾਂ ਝਾੜਨ ਲੱਗ ਪਿਆ। ਸੱਜੇ ਹੱਥ ਦਰਿਆ, ਪਿੱਛੇ ਤੋਪਖਾਨਾ ਤੇ ਖੱਬੇ ਹੱਥ ਘੋੜ ਚੜੇ ਬਰਕ ਅੰਦਾਜ਼ ਵੱਡੀਆਂ ਵੱਡੀਆਂ ਬੰਦੂਕਾਂ ਵਾਲੇ ਤੇ ਪਿੰਡਾਂ ਦੀਆਂ ਛੇੜਾਂ। ਸਿੰਘ ਝੱਲੋ ਝੱਲੀ ਪਹਾੜਾਂ ਵੱਲ ਨੂੰ ਵਧ ਰਹੇ ਸਨ। ਇੱਥੇ ਵੀ ਖਾਣੇ ਦਾਣੇ ਵੱਲੋਂ ਮੰਦਾ ਹੀ ਹਾਲ ਸੀ। ਜਦੋਂ ਮੌਕਾ ਵੇਖਦੇ ਝੱਲ ਚੋਂ ਬਾਹਰ ਨਿਕਲ ਕੇ ਝਪਟਾਂ ਮਾਰਦੇ, ਜੋ ਕੁਝ ਹੱਥ ਆਉਂਦਾ ਫੌਜ ਪਾਸੋਂ ਖੋਹ ਕੇ ਝੱਲ ਵਿੱਚ ਜਾ ਵੜਦੇ। ਲਖਪਤ ਨੇ ਇੱਥੇ ਵੀ ਝੱਲਾਂ ਨੂੰ ਅੱਗ ਲਵਾ ਕੇ ਸਾੜਨੀਆਂ ਸ਼ੁਰੂ ਕਰ ਦਿੱਤੀਆਂ। ਸਿੰਘਾਂ ਵਾਸਤੇ ਝੱਲਾਂ ਵਿੱਚ ਦੀ ਅਗਾਂਹ ਤੁਰਨਾ ਔਖਾ ਨਹੀਂ ਸੀ। ਫੌਜ ਭਾਵੇਂ ਵਿੱਚ ਨਹੀਂ ਸੀ ਵੜਦੀ, ਪਰ ਪਾਸਿਆਂ ਤੋਂ ਦੱਬੀ ਆ ਰਹੀ ਸੀ। ਪਹਿਲਾ ਘੱਲੂਘਾਰਾ। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵਾੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।